अस्सलाम वालेकुम। तहकीक व तनकीद विच साडा अगला जिहड़ा टॉपिक है वो इस अदब समंदर डॉक्टर असमतुल्ला जाहिद ने लिखिया है मजमून या मजमूआ मजमूना दा मजमूआ। ਇਹਦੇ ਵਿੱਚ ਸਾਡਾ ਜਿਹੜਾ ਸਾਰਾ ਪੰਜਾਬੀ ਦਾ ਕੋਰਸ ਹੈ ਨਾ ਉਹ ਸਾਰਾ ਕਵਰ ਹੋ ਜਾਂਦਾ ਹੈ, ਜਿਹਦੇ ਵਿੱਚ ਵੇਖ ਸਕਦੇ ਹੋ ਤੁਸੀਂ ਸ਼ਾਇਰੀ ਵੀ ਹੈ, ਕਲਾਸਿਕੀ ਸ਼ਾਇਰੀ ਵੀ ਹੈ, ਫਿਰ ਜਦੀਦ ਸ਼ਾਇਰੀ ਵੀ ਹੈ। ਜਦੀਦ ਸ਼ਾਇਰੀ ਦਾ ਰੰਗ ਜਿਹੜਾ ਅਸੀਂ ਤਰੰਜਨ ਵਿੱਚ ਪੜ੍ਹਿਆ ਜਾਂ ਬਾਕੀ ਸਿੱਦੀਕੀ ਦੀਆਂ ਨਜ਼ਮਾਂ ਵਿੱਚ ਪੜ੍ਹਿਆ ਉਹ ਰੰਗ ਵੀ ਆ ਜਾਂਦਾ ਹੈ। ਫਿਰ ਕਲਾਸਿਕੀ ਰੰਗ ਵੀ ਹੈ ਅਤੇ ਫਿਰ ਇਸਲਾਮੀ ਰੰਗ ਵੀ ਹੈ। ਉਹ ਟੋਪਿਕ ਰਹਿ ਗਿਆ, ਉਹ ਮੈਂ ਤੁਹਾਨੂੰ ਕਰਾ ਦਿਆਂਗੀ, ਜਿਹਦੇ ਵਿੱਚ ਨੌਸ਼ਾ ਮਵਾਜ਼ ਨੌਸ਼ਾ ਦੇ ਵਾਜ਼ ਆਉਂਦੇ ਨੇ ਅਤੇ ਸੱਚੀ ਸਰਕਾਰ ਹੈ। ਇਹ ਦੋ ਚੀਜ਼ਾਂ ਨੇ। ਫਿਰ ਤਖਲੀਕੀ ਨਸਰ ਹੈ, ਮੈਂ ਤੁਹਾਨੂੰ ਇਹ ਕਰਾ ਦਿੱਤਾ ਹੈ। ਅਤੇ ਤਨਕੀਦੀ ਫਲ ਹੈ, ਤਨਕੀਦ ਜਿਹੜਾ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਇਹ ਤਨਕੀਦੀ ਫਲ ਹੈ। ਇਹਦਾ ਵੀ ਸਾਰਾ ਇੱਕ ਜਿਹੜਾ ਨਾ ਬੜਾ ਇਹਨਾਂ ਨੇ ਕੰਪੈਕਟ ਕਰਕੇ ਦੱਸ ਦਿੱਤਾ, ਮਜਮੂਆ ਸਾਰਾ ਨਾ ਇਜਤਮਾਈ ਗੱਲਾਂ ਦੱਸਦੇ ਨੇ। ਅਤੇ ਫਿਰ ਅਖੀਰਲੇ ਆ ਜਾਂਦੇ ਲੋਕ ਰੰਗ। ਲੋਕ ਰੰਗ ਵੀ ਲੋਕ ਅਦਬ ਤੁਹਾਨੂੰ ਕਰਾ ਦਿੱਤਾ ਹੈ। ਪਹਿਲਾਂ ਮੈਂ ਇਹੀ ਸੋਚਿਆ ਸੀ ਕਿ ਮੈਂ ਕਿਉਂ ਜੇ ਇਹ ਸਾਰਾ ਜਿਹੜਾ ਅਦਬ ਸਮੁੰਦਰ ਹੈ ਨਾ, ਅਦਬ ਦਾ ਸਾਰਾ ਸਮੁੰਦਰ ਹੈ, ਅਤੇ ਇਹ ਮੈਂ ਤੁਹਾਨੂੰ ਐਂਡ 'ਤੇ ਕਰਾਵਾਂਗੀ। ਸਮ ਅਪ ਵੀ ਹੋ ਜਾਵੇਗਾ ਅਤੇ ਗੱਲ ਵੀ ਸਾਰੀ ਸਮਝ ਆ ਜਾਏਗੀ। ਫਿਰ ਕਿਉਂਕਿ ਇਹ ਤਹਿਕੀਕ ਤਨਕੀਦ ਵਿੱਚ ਆ ਰਿਹਾ ਹੈ ਅਤੇ ਫਿਰ ਇਸ ਲਈ ਮੈਂ ਸੋਚਿਆ ਕਿ ਸਾਥ ਹੀ ਹੋ ਜਾਵੇ ਤਾਂ ਚੰਗਾ ਹੈ। ਠੀਕ ਹੈ, ਹੁਣ ਡਾਕਟਰ ਅਸਮਤੁੱਲਾ ਜ਼ਾਹਿਦ ਦੇ ਬਾਰੇ ਥੋੜ੍ਹੀ ਗੱਲ ਕਰਨੇ ਆ। ਉਹਨਾਂ ਨੇ ਜਿਹੜੀ ਲਿਖਾਈ ਕੀਤੀ ਹੈ, ਇਹਨੂੰ ਅਦਬ ਸਮੁੰਦਰ ਨੂੰ ਅਦਬ ਸ਼ਊਰ ਦੀ ਕੁੰਜੀ ਵੀ ਕਿਹਾ ਜਾਂਦਾ ਹੈ। ਕਿਉਂ ਜੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਰੰਗ ਸਾਰਾ ਤੁਹਾਡਾ ਸਾਰਾ ਸਿਲੇਬਸ ਕਵਰ ਹੋ ਰਿਹਾ। ਅਦਬ ਸਮੁੰਦਰ ਜਿਹੜਾ ਨਾ ਉਹ ਤਹਿਕੀਕੀ ਅਤੇ ਤਨਕੀਦੀ ਮਜ਼ਮੂਨਾਂ ਦਾ ਮਜਮੂਆ, ਜਿਹਦੇ ਵਿੱਚ ਉਹਨਾਂ ਨੇ ਬੜਾ ਗਹਿਰਾ ਫਨ ਪਾਰਿਆਂ ਦਾ ਮੁਤਾਲਿਆ ਕੀਤਾ, ਸਿਆਸੀ ਸਮਾਜੀ ਰਵੱਈਆਂ ਦਾ ਤਖਲੀਕੀ ਅਮਲ ਉਹਨਾਂ ਨੇ ਕੀਤਾ ਹੈ ਅਤੇ ਉਹਦੇ ਬਾਅਦ ਉਹਨਾਂ ਨੇ ਉਹਦੇ ਮਨ ਹੀ ਕੱਢੇ ਨੇ। ਇਹ ਅਦੀਬ ਅਤੇ ਸ਼ਾਇਰ ਸਮੁੰਦਰ ਵਾਂਗਰ ਨੇ ਅਤੇ ਅਦਬ ਸਮੁੰਦਰ ਦੀ ਗੋਤਾ ਜ਼ਨੀ ਹੈ। ਹੁਣ ਇਹਨਾਂ ਦੀ ਹਯਾਤੀ ਉੱਤੇ ਥੋੜ੍ਹੀ ਜਿਹੀ ਝਾਤ ਪਾਉਂਦੇ ਹਾਂ। ਪ੍ਰੋਫੈਸਰ ਡਾਕਟਰ ਅਸਮਤੁੱਲਾ ਜ਼ਾਹਿਦ ਮੁਹੰਮਦ ਸ਼ਰੀਫ ਦੇ ਘਰ 2 ਫਰਵਰੀ 1956 ਨੂੰ ਗੋਜਰਾ ਫੈਸਲਾਬਾਦ ਵਿੱਚ ਜੰਮੇ ਨੇ। ਪਹਿਲੇ ਆਪਣੀ ਇਹਨਾਂ ਨੇ ਮਿਡਲੀ ਤਾਲੀਮ ਜਿਹੜੀ ਹੈ ਨਾ ਉਹ ਗੋਜਰਾ ਫੈਸਲਾਬਾਦ ਤੋਂ ਹੀ ਲਿੱਤੀ ਹੈ। ਫਿਰ ਲਾਹੌਰ ਚਲੇ ਗਏ, ਉੱਧਰ ਇਹਨਾਂ ਨੇ ਆਪਣੀ ਤਾਲੀਮ ਮੁਕੰਮਲ ਕੀਤੀ ਹੈ ਅਤੇ ਪੰਜਾਬੀ ਵਿੱਚ MA ਕੀਤਾ ਹੈ। ਫਿਰ MA ਉਰਦੂ ਵੀ ਕੀਤਾ ਹੈ। ਫਿਰ ਇਹਨਾਂ ਨੇ ਪੰਜਾਬੀ ਵਿੱਚ PhD ਕੀਤੀ ਹੈ। ਹੁਣ ਤਾਂ ਇਹਨਾਂ ਨੇ 93 ਰਿਸਰਚ ਆਰਟੀਕਲਸ ਵੀ ਲਿਖੇ ਨੇ। ਬੜਾ ਕੰਮ ਕੀਤਾ ਇਹਨਾਂ ਨੇ ਕਿਉਂ ਜੇ ਪੰਜਾਬੀ ਜ਼ੁਬਾਨ ਦੇ ਸਬਜੈਕਟ ਸਪੈਸ਼ਲਿਸਟ ਰਹੇ ਨੇ ਅਤੇ ਪੰਜਾਬ ਟੈਕਸਟ ਬੋਰਡ ਦੇ ਸਬਜੈਕਟ ਸਪੈਸ਼ਲਿਸਟ ਵੀ ਰਹੇ ਨੇ। ਫਿਰ ਇਹਨਾਂ ਦੀ ਕਿਤਾਬਾਂ ਵਿੱਚੋਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਨ੍ਹਾਂ ਦੇ ਮੈਂ ਕੁਝ ਨਾਂ ਤੁਹਾਨੂੰ ਦੱਸਣੀ ਆ। ਆਖੇ ਨੌਸ਼ਾ ਕਾਦਰੀ, ਪਰਖ ਪਰਾਗੇ, ਜਦੀਦ ਪੰਜਾਬੀ ਨਾਤ, ਅਦਬ ਸਮੁੰਦਰ ਇਹ ਤਹਿਕੀਕ ਤਨਕੀਦ ਦੀ ਕਿਤਾਬ ਹੈ। ਅਦਬ ਬਰੀਦ, ਕਲਾਮ ਸੂਫਿਆਏ, ਦੀਵਾਨ ਮਹਿਬੂਬ ਕਲਾਮ ਮੋਨਸ। ਫਿਰ ਹਜ਼ਰਤ ਨੌਸ਼ਾ ਗੰਜ ਬਖਸ਼ ਦੀ ਜ਼ਿੰਦਗੀ ਔਰ ਕਾਮ, ਉਹਦੇ ਉੱਤੇ ਕਿਤਾਬ ਲਿਖੀ ਹੈ। ਗੰਜੀਨਾ ਮਾਰਫਤ ਲਿਖੀ ਇਹਨਾਂ ਨੇ। ਪੰਜਾਬੀ ਦੀ ਪਹਿਲੀ, ਦੂਜੀ, ਤੀਜੀ ਕਿਤਾਬ, ਪੰਜਾਬੀ ਅਦਬ ਖਜ਼ੀਨੇ, ਮੇਰਾਜਨਾਮਾ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ, ਮਸ਼ਹੂਰ ਕਿਤਾਬਾਂ ਨੇ। ਅਤੇ ਆਪ ਨੇ ਬਹੁਤ ਸਾਰੇ ਜਿਹੜੇ ਨਾ PhD ਦੀ ਥੀਸਿਸ ਵੀ ਇਹਨਾਂ ਨੇ ਕਰਾਏ ਨਾ। ਇਹਨਾਂ ਦੇ ਬਾਰੇ ਕਿਹਾ ਜਾਂਦਾ ਜੀ ਬੜੇ ਖੁਸ਼ ਇਖਲਾਕ ਅਤੇ ਬੜੇ ਨਿੱਘੇ ਬੰਦੇ ਨੇ, ਤਾਲਿਬ ਇਲਮੀ ਤੋਂ ਹੀ ਸ਼ਾਇਰ ਨੇ ਅਤੇ ਅਜੇ ਥੋੜ੍ਹੀ ਇਹ ਹਯਾਤ ਨੇ ਅਤੇ ਪੰਜਾਬੀ ਜ਼ੁਬਾਨ ਦੀ ਪੰਜਾਬੀ ਅਦਬ ਦੀ ਖਿਦਮਤ ਕਰ ਰਹੇ ਨੇ। ਹੁਣ ਅਦਬ ਸਮੁੰਦਰ ਦੀ ਗੋਤਾ ਜ਼ਨੀ ਦੇ ਬਾਰੇ ਵਿੱਚ ਥੋੜ੍ਹੇ ਜਿਹੇ ਉੱਤੇ ਝਾਤ ਪਾਉਂਦੇ ਹਾਂ, ਅਸੀਂ ਵੇਖਦੇ ਹਾਂ ਜੀ ਇਹਨਾਂ ਨੇ ਕੀ ਕਿਹਾ। ਡਾਕਟਰ ਅਸਮਤੁੱਲਾ ਜ਼ਾਹਿਦ ਦਾ ਖਿਆਲ ਹੈ ਕਿ ਜਿਹੜਾ ਪੰਜਾਬੀ ਦਾ ਹਰ ਵੱਡਾ ਸ਼ਾਇਰ ਹੈ ਨਾ ਉਹ ਸਮੁੰਦਰ ਵਾਂਗੂ ਵਸੀਹ ਹੈ, ਜਿਸ ਦਾ ਅਹਾਤਾ ਅਤੇ ਘੇਰਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਇਸ ਤੋਂ ਅੱਗੇ ਉਹ ਕਹਿੰਦੇ ਨੇ ਜੀ ਅਦਬ ਸਮੁੰਦਰ ਦੀ ਗੋਤਾ ਜ਼ਨੀ ਪਾਰੂ ਜੋ ਕੁਝ ਮੇਰੇ ਹੱਥੀ ਲੱਗਿਆ ਉਹਨੂੰ ਕਾਗਜ਼ ਦੇ ਸਫ਼ੇ ਤੇ ਇਸ ਖਵਾਹਿਸ਼ 'ਤੇ ਲੈ ਕੇ ਆਏ ਵੀ ਪੰਜਾਬ ਅਦਬ ਨਾਲ ਪਿਆਰ ਕਰਨ ਵਾਲਿਆਂ ਨੂੰ ਆਪਣੇ ਮੁਤਾਲੇ ਦਾ ਸਾਝੀਦਾਰ ਬਣਾ ਲਵਾਂ। ਇਹਨਾਂ ਦੇ ਬਾਰੇ ਡਾਕਟਰ ਅਸਲਮ ਰਾਣਾ ਕਹਿੰਦੇ ਨੇ, ਡਾਕਟਰ ਸਾਹਿਬ ਨੇ ਮੌਜ਼ੂਆਤ ਦੀ ਰੰਗਾਰੰਗੀ ਅਤੇ ਤਖਲੀਕਕਾਰਾਂ ਦੀਆਂ ਤਖਲੀਕਤਾਂ ਨੂੰ ਦਿੱਤੇ ਗਏ ਉਨਵਾਨਾਤ
ਉਹਨਾਂ ਦੇ ਇਜਤਮਾਹੀ ਫਨ ਤੇ ਫਿਕਰ ਨੂੰ ਸਮਝਣ ਵਾਸਤੇ ਕਾਰੀ ਦੇ ਜ਼ਿਹਨ ਦੇ ਕੁਆੜ ਖੋਲ ਕੇ ਇਨਕਸ਼ਾਫਾਤ ਦੇ ਕਈ ਦਰ ਵਾਹ ਕਰ ਦਿੰਦੇ ਨੇ ਤੇ ਉਹ ਤਖਲੀਕੀ ਤੇ ਤਨਕੀਦ ਦੇ ਮਨ ਮੁਣੇ ਇਮਤਜ਼ਾਜ ਦੇ ਖੁਸ਼ਕੁਨ ਤੇ ਸਰਸਬਜ਼ ਨਖਲਿਸਤਾਨ ਦੀਆਂ ਹਵਾਵਾਂ ਮਹਿਕਾਂ ਤੇ ਰੰਗਤਾਂ ਵਿੱਚ ਸਰਮਸਤ ਹੋ ਜਾਂਦਾ ਹੈ। ਮਤਲਬ ਇਹਨਾਂ ਦੀ ਗੱਲ ਦਾ ਇਹੀ ਹੈ ਕਿ ਜੀ ਇਹਨਾਂ ਨੇ ਬੜੇ ਸੋਹਣੇ ਰੰਗ ਦਿੱਤੇ ਨੇ ਤੇ ਬੜੇ ਸੋਹਣੇ ਮਜ਼ਮੂਨ ਤੇ ਉਨਵਾਨ ਇਹਨਾਂ ਨੇ ਦਿੱਤੇ ਨੇ ਕਿ ਪੜ੍ਹਨ ਵਾਲਾ ਉਹਨਾਂ ਰੰਗਾਂ ਵਿੱਚ ਖੋ ਜਾਂਦਾ ਹੈ। ਠੀਕ ਹੈ, ਜਿਹੜੇ ਤੁਸੀਂ ਇਹਨਾਂ ਦੀ ਗੱਲ ਦਾ ਕੋਈ ਖੁਲਾਸਾ ਕਰੋ ਤੇ ਉਹ ਇਹੀ ਨਿਕਲਦਾ ਹੈ ਕਿ ਇਹਨਾਂ ਨੇ ਬੜੇ ਖੁਸ਼ਕੁਨ ਇਮਤਜ਼ਾਜ ਵਿੱਚ ਗੱਲ ਕੀਤੀ ਹੈ, ਬੜੇ ਸੋਹਣੇ ਅੰਦਾਜ਼ ਵਿੱਚ ਗੱਲ ਕੀਤੀ ਹੈ ਕਿ ਪੜ੍ਹਨ ਵਾਲਾ ਆਪੇ ਹੀ ਉਹਦੇ ਵਿੱਚ ਖੋ ਜਾਂਦਾ ਹੈ। ਅੱਛਾ, ਇੱਕ ਗੱਲ ਮੈਨੂੰ ਯਾਦ ਆਈ ਹੈ ਕਿਉਂਕਿ ਹਰ ਜਿਹੜਾ ਵੀ ਕੋਈ ਬੰਦਾ ਹੁੰਦਾ ਮੈਨੂੰ ਕਮੈਂਟ ਕਰਕੇ ਉਹ ਇਹੀ ਕਹਿੰਦੇ ਨੇ ਜੀ ਨੋਟਸ ਤੁਹਾਡੇ ਕੋਲ ਹਨ ਤੇ ਸਾਨੂੰ ਦੇ ਦਿਓ। ਮੇਰੇ ਕੋਲ ਕੋਈ ਨੋਟਸ ਨਹੀਂ ਨੇ। ਮੈਂ ਮਤਲਬ ਜਿਹੜੇ ਇਹ ਬੁਲੇਟ ਪੁਆਇੰਟਸ ਜਿਹੜੇ ਇਸ ਕਰਕੇ ਪਾਵਰ ਪੁਆਇੰਟ ਮੇ ਹੁੰਦੇ ਨੇ ਜਾਂ ਫਿਰ ਥੋੜ੍ਹੇ ਜੋ ਰਿਟਨ ਵਿੱਚ ਸਨ ਉਹ ਹੀ ਮੇਰੇ ਕੋਲ ਨੋਟਸ ਨੇ। ਇਹਦੇ ਵਿੱਚ ਜੋ ਵੀ ਕੁਝ ਮੈਂ ਤੁਹਾਨੂੰ ਵਰਬਲੀ ਦੱਸ ਰਹੀ ਹਾਂ ਤੇ ਮੇਰੀ ਰਿਕੁਐਸਟ ਤੁਹਾਡੇ ਨੂੰ ਇਹੀ ਹੈ ਕਿ ਜੀ ਤੁਸੀਂ ਆਪੇ ਇਹਨਾਂ ਚੀਜ਼ਾਂ ਨੂੰ ਲਿਖ ਲਓ, ਜੋ ਮੈਂ ਦੱਸ ਰਹੀ ਹਾਂ ਉਹਨੂੰ ਰਾਈਟ ਡਾਊਨ ਕਰ ਲਓ ਸੋ ਦੈਟ ਤੁਹਾਡੇ ਆਪ ਦੇ ਉਹ ਨੋਟਸ ਬਣ ਜਾਣ। ਕਿ ਜੇ ਮੇਰੇ ਕੋਲ ਤਾਂ ਨੋਟਸ ਨਹੀਂ ਹੈ ਅਦਰਵਾਈਜ਼ ਮੈਂ ਜ਼ਰੂਰ ਸ਼ੇਅਰ ਕਰਦੀ, ਇੰਨਾ ਕੁਝ ਸ਼ੇਅਰ ਕਰੀ ਹਾਂ ਤਾਂ ਇੱਕ ਨੋਟ ਸ਼ੇਅਰ ਕਰਨ ਵਿੱਚ ਮੈਨੂੰ ਕੋਈ ਔਕੜ ਨਹੀਂ ਸੀ, ਮੈਂ ਕਰ ਦਿੰਦੀ ਪਰ ਐਕਚੁਅਲੀ ਮੇਰੇ ਕੋਲ ਨੋਟਸ ਨਹੀਂ ਨੇ। ਤੁਸੀਂ ਮੈਂ ਤੁਹਾਨੂੰ ਇਹ ਕਹਾਂਗੀ ਜੋ ਮੈਂ ਗੱਲਾਂ ਕਰ ਰਹੀ ਹਾਂ ਤੇ ਤੁਸੀਂ ਉਹ ਲਿਖ ਲਓ। ਮੈਂ ਕੋਸ਼ਿਸ਼ ਕਰਨੀ ਆ ਕਿ ਮੇਰਾ ਐਕਸੈਂਟ ਬੜਾ ਕਲੀਅਰ ਰਹੇ, ਸਾਫ਼ ਸੁਥਰਾ ਹੋਵੇ ਤਾਂ ਕਿ ਤੁਹਾਨੂੰ ਸਮਝ ਆ ਸਕੇ ਤੇ ਤੁਸੀਂ ਉਹ ਲਿਖ ਵੀ ਸਕੋ। ਠੀਕ ਹੈ, ਤਾਂ ਹੀ ਮੈਂ ਥੋੜ੍ਹਾ ਜ਼ਰਾ ਹੌਲੀ ਹੌਲੀ ਕਰਕੇ ਬੋਲਨੀ ਆ, ਜ਼ਰਾ ਮੈਂ ਤੇਜ਼ ਵੀ ਨਹੀਂ ਹਾਂ ਕਿ ਜਿਹੜਾ ਕੋਈ ਲਿਖਣਾ ਚਾਹੁੰਦਾ ਹੈ ਉਹ ਲਿਖ ਸਕੇ। ਹੁਣ ਅਦਬ ਸਮੁੰਦਰ ਦਾ ਵੇਰਵਾ ਕਰਾਂਗੇ। ਇਹਦੇ ਬਾਰੇ ਇਹੀ ਹੈ ਕਿ ਜੀ ਇਹ ਤਹਿਕੀਕੀ ਤੇ ਤਨਕੀਦੀ ਮਜ਼ਮੂਨਾਂ ਦਾ ਪਰਾਗਾ ਹੈ ਅਦਬ ਸਮੁੰਦਰ। 30 ਮਜ਼ਮੂਨ ਨੇ ਇਹਦੇ ਵਿੱਚ, ਜਿਹਨੂੰ ਪੰਜਾਬੀ ਵਿੱਚ 30 ਕਿਹਾ ਜਾਂਦਾ। 30 ਮਜ਼ਮੂਨ ਨੇ ਤੇ ਇਹ ਪੰਜਾਬੀ ਵਿੱਚ ਹਕੀਕੀ ਤੇ ਅਮਲੀ ਤਨਕੀਦ ਦਾ ਸੋਹਣਾ ਨਮੂਨਾ ਹੈ। ਇਹਦੇ ਵਿੱਚ ਜਦੀਦ ਤਨਕੀਦੀ ਦਬਸਤਾਨਾਂ ਦੀ ਝਲਕ ਬੜੀ ਵਾਜ਼ਿਹ ਤੌਰ ਤੇ ਦੇਖੀ ਜਾ ਸਕਦੀ ਹੈ। ਪੂਰੀ ਕਿਤਾਬ ਵਿੱਚ ਕਿਧਰੇ ਕਿਧਰੇ ਸਾਨੂੰ ਕਿਸੇ ਮਗਰਬੀ ਮੁਸੰਨਿਫ ਦੀ ਤਕਲੀਦ ਨਹੀਂ ਲੱਭਦੀ। ਉਹਨਾਂ ਨੇ ਸਿਰਫ ਆਪਣੇ ਹਵਾਲੇ ਤੇ ਆਪਣੀ ਸਨਦ ਨਾਲ ਗੱਲ ਕੀਤੀ ਹੈ। ਉਹਨਾਂ ਦੇ ਬਿਆਨ ਕਰਨ ਦਾ ਰੰਗ ਢੰਗ ਬੜਾ ਜਿਹੜਾ ਹੈ ਨਾ ਸਾਦਾ ਹੈ ਤੇ ਇਹਦੇ ਵਿੱਚ ਬਿਆਨ ਕੀਤੇ ਗਏ ਮਜ਼ਮੂਨਾਂ ਦਾ ਵੇਰਵਾ ਕੁਝ ਇੰਝ ਹੈ। ਪੰਜਾਬੀ ਸ਼ਾਇਰੀ ਦਾ ਕਲਾਸਿਕੀ ਰੰਗ ਹੈ। ਠੀਕ ਹੈ, ਫਿਰ ਇਹਦੇ ਵਿੱਚ ਫਰਦਰ ਇਹਨਾਂ ਨੂੰ ਡਿਸਟਿੰਗੁਇਸ਼ ਕੀਤਾ ਗਿਆ, ਕਿਸਮਾਂ ਦੱਸੀਆਂ ਗਈਆਂ ਜਾਂ ਕੈਟਾਗਰਾਈਜ਼ ਕੀਤਾ ਗਿਆ। ਉਹਦੇ ਵਿੱਚ ਆ ਜਾਂਦੇ ਜੀ ਪਹਿਲਾ ਬਾਬਾ ਫਰੀਦ ਗੰਜ ਸ਼ੱਕਰ ਹੈ, ਇਹ ਵੀ ਮੈਂ ਤੁਹਾਨੂੰ ਪੜ੍ਹਾਇਆ। ਹਜ਼ਰਤ ਸੁਲਤਾਨ ਬਾਹੂ ਵੀ ਪੜ੍ਹਾਇਆ। ਤੀਜਾ ਹੈ ਜੀ ਬੁੱਲੇ ਸ਼ਾਹ, ਉਹ ਵੀ ਪੜ੍ਹਾਇਆ, ਉਹ ਬੇਬਾਕ ਸੂਫੀ ਨੇ। ਹੁਣ ਅੱਛਾ ਵੇਖੋ ਇਹਦੇ ਵਿੱਚ ਨਾ 6 ਸਾਡੇ ਕੋਲ ਸੂਫੀ ਨਹੀਂ ਇਹਦੇ ਵਿੱਚ 8 ਸੂਫੀ ਸ਼ਾਇਰ ਨੇ ਤੇ ਵੈਸੇ ਸਾਡੇ ਕੋਲ 6 ਸੂਫੀ ਸ਼ਾਇਰ ਨੇ। ਇਹਦੇ ਵਿੱਚ ਕੀ ਦੱਸਿਆ ਗਿਆ ਜੀ, ਬਾਬਾ ਫਰੀਦ ਪੰਜਾਬੀ ਦਾ ਪਹਿਲਾ ਸੂਫੀ ਸ਼ਾਇਰ ਹੈ। ਹਜ਼ਰਤ ਸੁਲਤਾਨ ਬਾਹੂ ਬੇਦਾਰ ਮਗਜ਼ ਤੇ ਜਾਗਦੀ ਅੱਖ ਦਾ ਸ਼ਾਇਰ ਹੈ। ਇਹ ਜਿਹੜੇ ਇਹਨਾਂ ਨੂੰ ਲਕਬ ਦਿੱਤੇ ਗਏ ਨੇ ਨਾ ਇਹ ਜ਼ਰੂਰ ਯਾਦ ਰੱਖਿਓ ਕਿਉਂਕਿ ਇਹਦੇ ਉੱਤੇ MCQs ਵੀ ਆ ਜਾਂਦਾ ਹੈ ਤੇ ਇਹਦੇ ਬਾਰੇ ਕੋਈ ਸਵਾਲ ਵੀ ਆ ਸਕਦਾ। ਠੀਕ ਹੈ, ਤੇ ਇਹ ਜ਼ਰੂਰ ਯਾਦ ਰੱਖਿਓ। ਫਿਰ ਬੁੱਲੇ ਸ਼ਾਹ ਦੇ ਬਾਰੇ ਗੱਲ ਕੀਤੀ ਗਈ ਹੈ ਜੀ, ਬੁੱਲੇ ਸ਼ਾਹ ਬੇਬਾਕ ਸੂਫੀ ਸ਼ਾਇਰ ਹੈ। ਬੇਬਾਕ ਸੂਫੀ ਸ਼ਾਇਰ ਕਿਉਂ ਜੀ, ਉਹਨਾਂ ਨੇ ਸਟੀਰੀਓਟਾਈਪ ਬ੍ਰੇਕ ਕੀਤਾ, ਜ਼ਾਤ ਪਾਤ ਦਾ ਉਹਨਾਂ ਨੇ ਜ਼ਾਤ ਪਾਤ ਦਾ ਫਰਕ ਉਹਨਾਂ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬੇਬਾਕ ਸੂਫੀ ਨੇ, ਇਸ ਕਰਕੇ। ਫਿਰ ਖਵਾਜਾ ਗੁਲਾਮ ਫਰੀਦ ਨੇ SCSS ਵਿੱਚ ਤੇ ਨਹੀਂ ਹੈ, ਇਹ PMS ਵਿੱਚ ਆ ਜਾਂਦਾ ਹੈ। ਉਹਨਾਂ ਦੇ ਬਾਰੇ ਕਿਹਾ ਜਾਂਦਾ ਜੀ ਵਹਦਤੁਲ ਵਜੂਦ ਦਾ ਸ਼ਾਇਰ ਹੈ। ਫਿਰ ਹਾਸ਼ਿਮ ਸ਼ਾਹ, ਉਹ ਵੀ PMS ਵਿੱਚ ਹੈ, ਦਰਦ ਨਗਰ ਦਾ ਵਾਸੀ ਹੈ। ਫਿਰ ਹੀਰ ਵਾਰਿਸ ਸ਼ਾਹ ਇੱਧਰ ਵੀ ਆਉਂਦਾ ਤੇ ਉੱਧਰ ਵੀ ਆਉਂਦਾ, ਪੰਜਾਬੀ ਇਨਸਾਈਕਲੋਪੀਡੀਆ। ਤੇ ਮੌਲਵੀ ਗੁਲਾਮ ਰਸੂਲ ਹੈ, ਅਹਿਸਨ ਕਿੱਸੇ ਦਾ ਅਹਿਸਨ ਸ਼ਾਇਰ। ਫਿਰ ਮੀਆਂ ਮੁਹੰਮਦ ਬਖਸ਼ ਹੈ, ਬਾਤ ਮਜਾਜ਼ੀ ਤੇ ਰਮਜ਼ ਹੱਕਾਨੀ ਸੈਫੁਲ ਮਲੂਕ। ਠੀਕ ਹੈ, ਇਹ ਸਾਡੇ ਕੋਲ 8 ਸ਼ਾਇਰ ਨੇ ਕਲਾਸਿਕੀ ਸ਼ਾਇਰੀ ਵਿੱਚ ਤੇ ਹੁਣ ਅਸੀਂ ਇੱਕ ਇੱਕ ਕਰਕੇ ਸਾਰਿਆਂ ਨੂੰ ਵੇਖਨੇ ਆ। ਫਟਾਫਟ ਇਹਨਾਂ ਨੂੰ ਕਰਾਂਗੇ ਕਿਉਂਕਿ ਇਹ ਪਹਿਲੇ ਸਾਰਾ ਕੁਝ ਹੋ ਚੁੱਕਿਆ ਹੈ। ਅੱਛਾ, ਇਹਦੇ ਵਿੱਚ ਕੀ ਦੱਸਿਆ ਗਿਆ ਜੀ, ਇਸ ਪਹਿਲੇ ਜਿਹੜਾ ਸੂਫੀ ਸ਼ਾਇਰ ਬਾਬਾ ਫਰੀਦ
इस किताब ਵਿੱਚ ਜਿਹੜਾ ਉਹਨਾਂ ਦਾ ਜ਼ਿਕਰ ਹੋਇਆ ਤੇ ਆਪ ਉਹਨਾਂ ਦੀ ਹਯਾਤੀ ਦੇ ਤਫਸੀਲੀ ਚਾਨਣ ਪਾਇਆ ਗਿਆ। ਫਿਰ ਇਹਦੇ ਵਿੱਚ ਦੱਸਿਆ ਗਿਆ ਜੀ ਬਾਬਾ ਫਰੀਦ ਦੇ ਸ਼ਲੋਕਾਂ ਦੀ ਬੁਨਿਆਦ ਇਖਲਾਕ ਹੈ ਤੇ ਸ਼ਰੀਅਤ ਮੁਹੰਮਦੀ ਤੇ ਉੱਤੇ ਰੱਖੀ ਗਈ ਹੈ। ਵਾਹਦਤੁਲ ਵਜੂਦ ਦਾ ਅਸਰ ਇਬਨੁਲ ਅਰਬੀ ਤੋਂ ਵੱਖ ਸਾਬਿਤ ਕੀਤਾ ਹੈ ਕਿ ਦੋਵੇਂ ਇਬਨੁਲ ਅਰਬੀ ਤੇ ਬਾਬਾ ਫਰੀਦ ਸਮਕਾਲੀ ਸਨ। ਨਾਲੇ ਇਹ ਹਕੀਕਤ ਵੀ ਖੋਲ ਵਿਖਾਲੀ ਹੈ ਕਿ ਬਾਬਾ ਜੀ ਦੇ ਸ਼ਲੋਕ ਆਪਣੇ ਨੇ, ਇਬਰਾਹੀਮ ਫਰੀਦ ਸਾਨੀ ਦੇ ਨਹੀਂ। ਜਿਵੇਂ ਚਿੱਲਾ ਮਾਕੂਸ ਤੇ ਹੁਸੈਨ ਤਵਾਇਫ ਦੀਆਂ ਹੱਡੀਆਂ ਵੇਖ ਲਿਖੇ ਸ਼ਲੋਕ ਦਿੱਤੇ ਨੇ। ਮਤਲਬ ਆਪਸ ਵਿੱਚ ਉਹਨਾਂ ਦੇ ਕੋਈ ਕੰਪੈਰੀਜ਼ਨ ਨਹੀਂ ਹੈ। ਬਾਬਾ ਫਰੀਦ ਦੇ ਆਪਣੇ ਸ਼ਲੋਕ ਨੇ ਤੇ ਇਬਰਾਹੀਮ ਫਰੀਦ ਦੇ ਆਪਣੇ ਸ਼ਲੋਕ ਨੇ। ਫਿਰ ਇਹਨਾਂ ਨੇ ਨਾਮ ਨਿਹਾਦ ਦਰਵੇਸ਼ਾਂ ਤੇ ਖੁੱਲ੍ਹ ਕੇ ਤਨਕੀਦ ਤੋਂ ਬਾਅਦ ਲਸਾਨੀ ਹਵਾਲੇ ਨਾਲ ਸੂਫੀਆਨਾ ਰਵਾਇਤ ਦਾ ਮੁੱਢ ਬੱਧਾ ਤੇ ਤਾਰੀਖੀ ਪੱਖੋਂ ਨਾਲੇ ਫਨਕਾਰਾਨਾ ਖੂਬੀਆਂ ਵੀ ਵਿਖਾਈਆਂ ਨੇ ਕਿ ਸ਼ਲੋਕ ਅਰਬੀ ਬਹਿਰਾਂ ਤੇ ਪੰਜਾਬੀ ਮਾਤਰਾ ਤੇ ਪੂਰੇ ਉਤਰਦੇ ਨੇ। ਤਸ਼ਬੀਹਾਂ ਤੇ ਇਸਤਿਆਰੇ ਮਕਾਮੀ ਵਰਤੇ ਨੇ। ਜ਼ੁਬਾਨ ਪਹਿਲਾਂ ਦੇ ਨਾਥਾਂ ਤੇ ਅਬਹਰਨਸ਼ ਤੇ ਬੁਰਜ ਭਾਸ਼ਾ ਬੁਰਜ ਭਾਸ਼ਾਵਨੀ ਦੀ ਥਾਂ ਸਾ ਤੇ ਸਦਰ ਪੱਧਰੀ ਹੈ। ਪਹਿਲਾਂ ਜਿਹੜੀ ਜਦੋਂ ਮੈਂ ਤੁਹਾਨੂੰ ਪੜ੍ਹਾਵਾਂਗੀ ਪੰਜਾਬੀ ਦੀ ਕਿਦੋਂ ਐਵੋਲੂਸ਼ਨ ਜਿਹੜੀ ਲੈਂਗੁਏਜ ਦੀ ਹੋਈ ਹੈ ਤੇ ਪਹਿਲੀ ਲੈਂਗੁਏਜ ਜਿਹੜੀ ਜ਼ੁਬਾਨਾਂ ਸਨ ਤੇ ਅਬਹਰਨਸ਼ ਵੀ ਸੀ ਤੇ ਹੋਰ ਭਾਸ਼ਾ ਵੀ ਸਨ, ਉਹਦੇ ਬਾਰੇ ਗੱਲ ਕੀਤੀ ਗਈ ਹੈ। ਕਿਹਾ ਜਾਂਦਾ ਹੈ ਜੀ ਬਾਬਾ ਫਰੀਦ ਦੇ ਸ਼ਲੋਕ ਪੜ੍ਹਦਿਆਂ ਅਜੀਬ ਜਿਹੀ ਰੂਹਾਨੀ ਲਜ਼ਤ ਮਹਿਸੂਸ ਹੁੰਦੀ ਹੈ। ਖਲੂਸ ਉੱਤੇ ਜਨੀ ਜਜ਼ਬੇ ਤੇ ਜ਼ੁਬਾਨ ਦੀ ਰਵਾਨੀ ਨੂੰ ਉਸ ਵਕਤ ਦੇ ਦਰਿਆ ਨਾਲ ਤਸ਼ਬੀਹ ਦਿੱਤੀ ਜਾ ਸਕਦੀ ਹੈ ਜਿਹਦੇ ਵਿੱਚ ਤੇ ਨਾ ਬਜ਼ਾਹਿਰ ਛੱਲਾਂ ਦਾ ਕੋਈ ਸ਼ੋਰ ਹੈ ਤੇ ਨਾ ਹੀ ਕੋਈ ਘੁੰਮਣ ਘੇਰ ਪੈਂਦੇ ਵਿਖਾਲੀ ਦਿੰਦੇ ਨੇ, ਸਗੋਂ ਇਤਮੀਨਾਨ ਤੇ ਸਕੂਨ ਦੀ ਇੱਕ ਚਾਦਰ ਵਿਛੀ ਨਜ਼ਰ ਆਉਂਦੀ ਹੈ। ਪਰ ਉਹਦੀ ਗਹਿਰਾਈ ਦਾ ਅੰਦਾਜ਼ਾ ਉਹਦੇ ਵਿੱਚ ਬਹਿ ਕੇ ਹੋ ਸਕਦਾ ਹੈ। ਠੀਕ ਹੈ ਕਿ ਉਹਨਾਂ ਦੀ ਜਿਹੜੀ ਬੜੀ ਗੁੱਝੀਆਂ ਗੱਲਾਂ ਨੇ, ਡੈਪਥ ਵਿੱਚ ਗੱਲਾਂ ਕੀਤੀਆਂ ਗਈਆਂ ਨੇ ਤੇ ਆਮ ਇਨਸਾਨ ਨੂੰ ਜਦੋਂ ਉਹਦੇ ਵਿੱਚ ਉਹ ਸਮੁੰਦਰ ਵਿੱਚ ਉਛਾਲ ਨਹੀਂ ਮਾਰਦਾ, ਉਹਦੇ ਵਿੱਚ ਉਹ ਬਹਿਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਉਹਨੂੰ ਆਪਣੇ ਆਪ ਨੂੰ ਉਸ ਸਮੁੰਦਰ ਦਾ ਉਸ ਰੂਹਾਨੀ ਸਮੁੰਦਰ ਦੇ ਤੂੰ ਬਾਵਰ ਨਹੀਂ ਉਹ ਕਰਾ ਸਕਦਾ। ਠੀਕ ਹੈ, ਉਹ ਸੁੱਕਾ ਹੀ ਰਹੇਗਾ ਜਦੋਂ ਉਹ ਆਪਣੇ ਆਪ ਨੂੰ ਉਸ ਰੂਹਾਨੀ ਸਮੁੰਦਰ ਵਿੱਚ ਨਹੀਂ ਛਾਲ ਮਾਰ ਕੇ ਵੇਖ ਲੈਂਦਾ। ਉਹਨੂੰ ਨਹੀਂ ਪਤਾ ਲੱਗੇਗਾ ਕਿ ਉਹਦੀ ਗਹਿਰਾਈ ਕਿੰਨੀ ਹੈ। ਇਸੇ ਤਰ੍ਹਾਂ ਜਦੋਂ ਅਗਲੀ ਹਜ਼ਰਤ ਸੁਲਤਾਨ ਬਾਹੂ ਦੇ ਬਾਰੇ 'ਚ ਗੱਲ ਹੋਈ ਹੈ, ਬੇਦਾਰ ਮਗਜ਼ ਤੇ ਜਾਗਦੀ ਅੱਖ ਦਾ ਸ਼ਾਇਰ, ਇਹਨਾਂ ਦੇ ਬਾਰੇ ਵਿੱਚ ਉਹਨਾਂ ਨੇ ਪਹਿਲਾਂ ਜਿਹੜਾ ਗੱਲ ਦਾ ਮੁੱਢ ਬੰਨ੍ਹਿਆ ਉਹ ਉਹਨਾਂ ਦੇ ਅਸਲੂਬ ਤੇ ਚਾਨਣ ਪਾਇਆ, ਫਿਰ ਉਹਨਾਂ ਦੀ ਹਯਾਤੀ ਤੇ ਝਾਤੀ ਪਾ ਕੇ ਥੋੜ੍ਹਾ ਜਿਹਾ ਉਹਨਾਂ ਨੂੰ ਦੱਸਿਆ ਗਿਆ। ਫਿਰ ਇਹਨਾਂ ਨੇ ਦੱਸਿਆ ਜੀ ਜਿਸ ਦੀ ਬੁਨਿਆਦ ਇਸ਼ਕ ਤੇ ਮੁਰਸ਼ਿਦ ਦੀ ਲੋੜ ਭਾਲ ਤੇ ਮੁਹੱਬਤ ਵਿੱਚ ਦੱਸੀ ਹੈ। ਜਾਲਸਾਜ਼ਾਂ ਤੇ ਦੁਨੀਆਦਾਰਾਂ ਤੇ ਤਨਕੀਦ ਤੋਂ ਬਾਅਦ ਆਪ ਦੇ ਉਹਦ ਜਿਹੜੇ ਉਹਨਾਂ ਦੇ ਜ਼ਮਾਨੇ ਦੇ ਉਹਦ ਦੇ ਕਿਹੜੇ ਲੋਕ ਸਨ ਜੀ, ਸ਼ਾਹਜਹਾਂ ਤੇ ਔਰੰਗਜ਼ੇਬ, ਤੇ ਉਹਨਾਂ ਤੇ ਉੱਤੇ ਚਾਨਣ ਪਾਇਆ ਤੇ ਨਾਮ ਨਿਹਾਦ ਆਲਮਾਂ ਤੇ ਪੀਰਾਂ ਦੀ ਨੰਦੀਆਂ ਤੋਂ ਬਾਅਦ ਵਹਦਤੁਲ ਵਜੂਦ, ਔਰਤ ਵੱਲੋਂ ਇਸ਼ਕ ਦੇ ਇਜ਼ਹਾਰ, ਕਲਾਮ ਵਿੱਚ ਮੰਤਕੀ ਨਤਾਇਜ ਤੇ ਆਲਮਗੀਰ ਸੱਚਾਈਆਂ ਵੀ ਵਿਖਾਈਆਂ ਨੇ। ਤੇ ਗੱਲ ਇੱਥੇ ਮੁਕਾਈ ਹੈ। ਆਪ ਦੀ ਜ਼ੁਬਾਨ ਭਾਵੇਂ ਝੰਗ ਦੀ ਹੈ ਪਰ ਮਿਠਾਸ, ਰਵਾਨੀ ਤੇ ਚਾਸ਼ਨੀ ਨਾਲ ਭਰਪੂਰ ਹੈ, ਜਿਹਦੀ ਦਰਿਆ ਵਰਗੀ ਰਵਾਨੀ ਪੜ੍ਹਨ ਵਾਲੇ ਤੋਂ ਉਹਦੇ ਐਬ ਜਿਹੜਾ ਨਾ ਉਹਦੇ ਉੱਤੇ ਮਸਤੀ ਦੀ ਕੈਫੀਅਤ ਤਾਰੀ ਕਰ ਦਿੰਦੀ ਹੈ ਤੇ ਅੰਦਰ ਦੇ ਸੁੱਤੇ ਹੋਏ ਇਨਸਾਨ ਨੂੰ ਝੰਜੋੜ ਕੇ ਬੇਦਾਰ ਕਰੇਂਦੀ ਹੈ। ਇਸ ਕਰਕੇ ਇਹਨਾਂ ਨੂੰ ਜਾਗਦੀ ਅੱਖ ਦਾ ਸ਼ਾਇਰ ਕਿਹਾ ਜਾਂਦਾ ਹੈ। ਫਿਰ ਤੀਸਰੀ ਗੱਲ ਹੈ ਜੀ ਬਾਬਾ ਬੁੱਲੇ ਸ਼ਾਹ ਦੀ, ਉਹਨਾਂ ਨੂੰ ਬੇਬਾਕ ਸੂਫੀ ਕਿਹਾ ਜਾਂਦਾ ਹੈ। ਮਜ਼ਮੂਨ ਦੀ ਸ਼ੁਰੂਆਤ ਉਸੇ ਤਰ੍ਹਾਂ ਹਾਲ ਤੇ ਤਬਸਰਾ ਕਰਕੇ ਕੀਤੀ ਗਈ ਹੈ। ਫਿਰ ਉਹਨਾਂ ਦੀ ਕੈਫੀਅਤ ਬਿਆਨ ਕਰਕੇ ਉਹਨਾਂ ਦੇ ਮੁਰਸ਼ਦ ਦੇ ਬਾਰੇ ਗੱਲ ਕੀਤੀ ਗਈ ਹੈ। ਆਹਦ ਤੋਂ ਅਹਿਮਦ ਬਣਨ ਵਾਲੇ ਰਾਜ਼, ਵਹਦਤੁਲ ਵਜੂਦ, ਮਕਾਮੀ ਦਾਸਤਾਨਾਂ ਦੇ ਕਿਰਦਾਰ ਯਾਨੀ ਕਿ ਹੀਰ ਰਾਂਝੇ ਦੇ ਇਸਤਿਆਰੇ ਦੀ ਵਰਤੋਂ ਦੱਸ ਕੇ ਮੌਲਾਨਾ ਰੂਮੀ ਨਾਲ ਰਲਦੇ ਅਹਿਸਾਸਾਤ ਦੱਸੇ ਨੇ। ਫਿਰ ਬੇਬਾਕ ਹੋ ਕੇ ਪਰਦਾ ਚੁੱਕਿਆ ਵਿਖਾਇਆ ਤੇ ਡਾਕਟਰ ਲਾਜੁੰਤੀ ਰਾਮ ਕ੍ਰਾਸ਼ਨਾ ਦੇ ਤਬਲੀਗੀ ਰੰਗ ਨਾ ਜਮਾਨ ਦੇ ਤਾਸੁਬ ਦੀ ਹਕੀਕਤ ਖੋਲ੍ਹੀ ਹੈ। ਕੱਤ ਕੁੜੇ ਨਾ ਵੱਤ ਕੁੜੇ ਕਰਕੱਤਨ ਵਲਦੇ ਹਾਨ ਕੁੜੇ, ਉੱਠ ਜਾਗ ਘੜਾਰੇ ਮਾਰਨੇ ਪਾਣੀ ਭਰ ਭਰ ਗਿਆ ਸਭਾ,
ਕਾਫੀਆਂ ਵਿੱਚ ਅਗੜਵਾਂ ਤਬਲੀਗੀ ਰੰਗ ਹੈ। ਬੁੱਲੇ ਸ਼ਾਹ ਦੇ ਚਰਖੇ ਤੇ ਅਸਰੀ ਸਿਆਸੀ ਸਮਾਜੀ ਸ਼ਊਰ ਤੇ ਉਹਦੇ ਉੱਤੇ ਵੀ ਚਾਨਣਾ ਪਾਇਆ ਗਿਆ ਤੇ ਉਹਨਾਂ ਦੇ ਸ਼ਾਇਰਾਨਾ ਕਮਾਲ 12 ਹਰਫੀਆਂ ਦੀ ਦੱਸ ਪਾ ਕੇ ਇੱਥੇ ਗੱਲ ਮੁਕਾਈ ਹੈ ਕਿ ਉਹਨਾਂ ਨੇ ਤਸੱਵੁਫ ਨੂੰ ਅਮਲੀ ਤੇ ਮੁਸ਼ਾਹਿਦਾ ਕਰਕੇ ਮੁਸ਼ਾਹਿਦੇ ਤੇ ਤਜਰਬੇ ਤੋਂ ਬਾਅਦ ਅਵਾਮੀ ਬਣਾਉਣ ਦਾ ਯਤਨ ਕੀਤਾ ਹੈ। ਫਿਕਰੀ ਹਵਾਲੇ ਕੋਲੋਂ ਜਾਂ ਫਨੀ ਹਵਾਲੇ ਹੋਏ, ਉਹਨਾਂ ਦੀ ਸ਼ਾਇਰੀ ਹਰ ਪੱਖੋਂ ਸੱਚਲ ਮੋਤੀਆਂ ਨਾਲ ਤੁਲਨ ਦੀ ਹੱਕਦਾਰ ਹੈ। ਇਹਦੇ ਵਿੱਚ ਜਿੰਨੇ ਵੀ ਸੂਫੀ ਸ਼ਾਇਰ ਨੇ ਵਹਦਤੁਲ ਵਜੂਦ ਦੀ ਗੱਲ ਹਰ ਸ਼ਾਇਰ ਨੇ ਕੀਤੀ ਹੈ। ਹਰ ਤਰ੍ਹਾਂ ਦੇ ਉਹਨੇ ਅੱਲਾ ਦੀ ਮੁਹੱਬਤ ਨੂੰ ਸਭ ਤੋਂ ਪਹਿਲਾਂ ਰੱਖਿਆ ਹੈ, ਕਿਉਂਕਿ ਸੂਫੀ ਹੈ ਨਾ ਉਹ ਤਸੱਵੁਫ ਦੀ ਗੱਲ ਕਰਦਾ ਹੈ। ਫਿਰ ਜਿਹੜੀਆਂ ਬੁਰਾਈਆਂ ਮਾਸ਼ਰੇ ਦੀਆਂ ਉਹਨਾਂ ਦੀ ਨਿੰਦਿਆ ਕੀਤੀ ਹੈ, ਭਾਵੇਂ ਉਹ ਆਲਮ ਹੋਵੇ, ਭਾਵੇਂ ਉਹ ਕੋਈ ਬਾਦਸ਼ਾਹ ਹੋਵੇ ਜਾਂ ਕੋਈ ਵੀ ਹੋਵੇ, ਮੌਲਵੀ ਹੋਵੇ, ਠੀਕ ਹੈ। ਹਰ ਤਰ੍ਹਾਂ ਦੇ ਤੇ ਇਲਮ ਨੂੰ ਜਾਂ ਅਮਲ ਨੂੰ ਉਹਨਾਂ ਨੇ ਬੜਾ ਫਰੋਗ ਦਿੱਤਾ ਹੈ ਕਿ ਅਮਲ ਕਰਕੇ ਤੁਸੀਂ ਦੱਸੋ, ਗੱਲਾਂ ਵਿੱਚ ਕੁਝ ਨਹੀਂ ਹੁੰਦਾ। ਇਹ ਸਾਰੀਆਂ ਗੱਲਾਂ ਇਹਨਾਂ ਬਜ਼ੁਰਗਾਂ ਨੇ ਕੀਤੀਆਂ ਨੇ। ਅਗਲਾ ਸਾਡੇ ਕੋਲ ਬਜ਼ੁਰਗ ਹੈ ਜੀ ख्वाजा गुलाम फरीद वहदतुल वजूद ਦਾ ਸ਼ਾਇਰ। ਇਹਨਾਂ ਦੀ ਵੀ ਸ਼ੁਰੂ ਵਿੱਚ ਸ਼ਾਇਰੀ ਦਾ ਤਬਸਰਾ ਦਾ ਇਹਨਾਂ ਦਾ ਮੁੱਢ ਜਿਹੜਾ ਵਧਿਆ ਗਿਆ ਹੈ ਉਹ ਵਹਦਤੁਲ ਵਜੂਦ ਹੈ ਤੇ ਉਹਦੇ ਤੇ ਇਬਨੁਲ ਅਰਬੀ ਦੇ ਅਸਰ ਬਾਰੇ ਦੱਸ ਕੇ ਵਧਾ ਹੈ। ਫਿਰ ਹਯਾਤੀ ਤੇ ਝਾਤੀ ਪਾਈ ਹੈ ਇਬਨੁਲ ਅਰਬੀ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਗੁਲਾਮ ਫਰੀਦ ਦੀ ਕਾਫੀਆਂ ਵੀ ਪਰਤਾਂ ਨੂੰ ਖੋਲ ਕੇ ਇਸ਼ਕ ਹਕੀਕੀ ਤੇ ਮੁਰਸ਼ਦ ਫਖਰ ਜਹਾਂ ਉਹਨਾਂ ਦੇ ਲਈ ਸ਼ੇਰ ਵੀ ਚੋਖੇ ਲਿਆਂਦੇ ਨੇ। ਇਸ ਤੋਂ ਬਾਅਦ ਰੂਹੀ ਤੇ ਅੰਗਰੇਜ਼ਾਂ ਨਾਲ ਨਵਾਬ ਆਫ ਬਹਾਵਲਪੁਰ ਨੂੰ ਦਿੱਤੀ ਦੁਆ ਦਾ ਜ਼ਿਕਰ ਕਰਕੇ ਗੱਲ ਇੱਥੇ ਮੁਕਾਈ ਹੈ ਕਿ ਮੁੱਕਦੀ ਗੱਲ ਇਹ ਹੈ ਕਿ ਵਹਦਤ ਦੇ ਤਸੱਵੁਰ ਨੇ ख्वाजा फरीद ਦੀ ਸ਼ਾਇਰੀ ਨੂੰ ਸਦਾ ਦੀ ਜ਼ਿੰਦਗੀ ਬਖਸ਼ੀ ਹੈ ਤੇ ख्वाजा फरीद ਦੀ ਸ਼ਾਇਰੀ ਨੇ ਰੂਹੀ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਛੱਡੀ ਹੈ। ਇਬਨੁਲ ਅਰਬੀ ਦਾ ਕਿਉਂਕਿ ਉਹਨਾਂ ਦਾ ਵੀ ਵਹਦਤੁਲ ਵਜੂਦ ਦਾ ਕਨਸੈਪਟ ਸੀ ਤੇ ਇਸ ਕਰਕੇ ਔਰ ਕਿਹਾ ਜਾਂਦਾ ਹੈ ਜੀ ਸਭ ਤੋਂ ਪਹਿਲਾਂ ਸ਼ਾਇਦ ਜਿਹੜਾ ਕਨਸੈਪਟ ਇਹਨਾਂ ਨੇ ਦਿੱਤਾ ਹੈ ਵਹਦਤੁਲ ਵਜੂਦ ਦਾ ਉਹ ਇਬਨੁਲ ਅਰਬੀ ਨੇ ਹੀ ਦਿੱਤਾ ਹੈ। ਇਸ ਕਰਕੇ ਸਾਰਿਆਂ ਬਜ਼ੁਰਗਾਂ ਦਾ ਕੰਪੈਰੀਜ਼ਨ ਉਹਨਾਂ ਨਾਲ ਕੀਤਾ ਗਿਆ। ਫਿਰ ਅਗਲੇ ਆਉਂਦੇ ਨੇ ਜੀ ਹਾਸ਼ਿਮ ਸ਼ਾਹ ਦਰਦ ਨਗਰ ਦਾ ਵਾਸੀ। ਇਹਨਾਂ ਦੀ ਜੀ ਸੱਸੀ ਦੀ ਲਿਖਤ ਨੂੰ ਵੇਲੇ ਦੀ ਦਰਦ ਦੀ ਮੁਮਾਸਲਤ ਦਾ ਜ਼ਿਕਰ ਦੱਸਿਆ ਹੈ ਤੇ ਪੂਰੇ ਕਿੱਸੇ ਦੀ ਤਫਸੀਲ ਹੀਰ ਵਾਰਿਸ ਸ਼ਾਹ ਮੁਨਸ਼ੀ ਅੰਦਰਜੀਤ ਤੇ ਹਾਫਿਜ਼ ਬਰਖੁਰਦਾਰ ਨਾਲ ਤਕਾਬੁਲ ਕਰਕੇ ਦੱਸੀ ਹੈ। ਉਹਨਾਂ ਤੋਂ ਇਖਤਲਾਫ ਵੀ ਕੀਤਾ ਹੈ ਕਿਉਂਕਿ ਹੀਰ ਜਿਹੜੀ ਸੱਸੀ ਜਿਹੜੀ ਹੈ ਨਾ ਉਹ ਵੀ ਕਾਫੀ ਲੋਕਾਂ ਨੇ ਲਿਖੀ ਹੈ, ਠੀਕ ਹੈ। ਤੇ ਇਹਨਾਂ ਨੇ ਤਕਾਬਲੀ ਤਨਕੀਦ ਵੀ ਕੀਤੀ ਹੈ ਤੇ ਉਸ ਤਰ੍ਹਾਂ ਕਰਕੇ ਇੱਕ ਦੂਜੇ ਨਾਲ ਮੁਕਾਬਲਾ ਕਰਕੇ ਕੰਪੈਰੀਜ਼ਨ ਕਰਕੇ ਦੱਸਿਆ ਗਿਆ। ਨਾਲ ਨਵੇਂ ਨੁਕਤੇ ਦੇ ਦੱਸੇ ਨੂੰ ਜਿਵੇਂ ਸੱਸੀ ਦਾ ਮੁਕੱਦਮਾ ਤੁਰਾਤ ਦੇ ਆਲਮਾਂ ਨੇ ਨਜੂਮ ਰਾਹੀਂ ਵੇਖਿਆ, ਦੂਜਿਆਂ ਵਾਂਗਰ ਹਾਸ਼ਿਮ ਸ਼ਾਹ ਨੇ ਦਰਿਆ ਤੇ ਸਹਿਰਾ ਦਾ ਖਾਸ ਜ਼ਿਕਰ ਕੀਤਾ ਹੈ। ਉਹਨਾਂ ਨੇ 4 ਮਿਸਰਿਆਂ ਦੇ ਇਖਤਸਾਰ ਵਿੱਚ ਵਤਨ ਨਾਲ ਮੁਹੱਬਤ, ਅਟਲ ਸੱਚਾਈਆਂ, ਸਾਦਾ ਜ਼ੁਬਾਨ, ਅਰਬੀ ਫਾਰਸੀ ਤਰਕੀਬਾਂ ਦੀ ਵਰਤੋਂ ਕਰਕੇ ਗੱਲ ਇੱਥੇ ਮੁਕਾਈ ਹੈ ਕਿ ਉਹਨਾਂ ਦੀ ਸੱਸੀ ਪੰਜਾਬੀ ਜ਼ੁਬਾਨ ਦੀ ਜ਼ਿੰਦਗੀ ਤੀਕਰ ਪਸੰਦ ਕੀਤੀ ਜਾਂਦੀ ਰਹੇਗੀ ਜਦੋਂ ਤੱਕ ਹਯਾਤੀ ਹੈ। ਇਹਨਾਂ ਦੀ ਸੱਸੀ ਨੂੰ ਪਸੰਦ ਕੀਤਾ ਜਾਏਗਾ। ਫਿਰ ਅੱਗੇ ਆ ਜਾਂਦੇ ਜੀ ਹੀਰ ਵਾਰਿਸ ਸ਼ਾਹ ਪੰਜਾਬੀ ਐਨਸਾਈਕਲੋਪੀਡੀਆ। ਇਹਨਾਂ ਦਾ ਆਗਾਜ਼ ਕੀਤੇ ਜੀ ਸਮੀਉੱਲਾ ਕੁਰੈਸ਼ੀ ਤੇ ਬਿਲਾਲ ਜ਼ੁਬੈਰੀ ਰਾਹੀਂ ਹੀਰ ਦੇ ਅਤੇ ਪਤੇ ਤੇ ਸ਼ਰੀਫ ਸਾਬਰ ਰਾਹੀਂ ਹੀਰ ਦੇ ਲਿਖਾਰੀਆਂ ਦੀ ਗਲਚ ਹੋਈ ਹੈ। ਵਾਰਿਸ ਸ਼ਾਹ ਦੇ ਫਾਰਸੀ ਉਨਵਾਨ ਲਿਖਣ ਦਾ ਨਖੇੜਾ ਦੱਸਿਆ ਤਾਂ ਜੋ ਖਾਸ ਤੇ ਆਮ ਵਿੱਚ ਇੱਕੋ ਜਿਹਾ ਕਿੱਸਾ ਮਕਬੂਲ ਹੋ ਸਕੇ। ਫਿਰ ਉਹਨਾਂ ਦੀ ਹਯਾਤੀ ਹੀਰ ਦੇ ਪਹਿਲੇ ਐਡੀਸ਼ਨ ਤੋਂ ਟੁਰੇ ਸਫ਼ਰ ਦਾ ਜ਼ਿਕਰ ਕਰਕੇ ਦੱਸਿਆ ਹੈ ਕਿ ਜੀ ਹੁਣ ਲੋਕੀ ਧੱਕੋ ਧੱਕੀ ਅਸਲੀ ਹੀਰ ਦੇ ਨਾਲ ਨਾਲ ਛਾਪਣ ਲੱਗ ਗਏ ਨੇ। ਵਾਰਿਸ ਸਾਹਿਬ ਨੇ ਹੀਰ ਵਿੱਚ ਤਹਿਜ਼ੀਬ ਤੇ ਸਕਾਫਤ ਨਾਲ ਗੂੜ੍ਹੇ ਤਾਲੁਕ, ਮਕੋਲਾ ਸ਼ਾਇਰ, ਅਸਰੀ ਹਾਲਾਤ, ਹੀਰ ਦਾ ਸਰਾਪਾ, ਮਿਸਰੇ ਅਖਾਣ, ਇਖਲਾਕੀ ਪਹਿਲੂ
ਤੇ ਤਸਵੁਫ ਦਾ ਜ਼ਿਕਰ ਕੀਤਾ ਤੇ ਨਾਲੇ ਦੱਸਿਆ ਕਿ ਮਸਨਵੀ ਵਿੱਚ ਮਿਸਰੇ ਦਾ ਸਹਾਰਾ ਲੈ ਕੇ ਗੱਲ ਮੁਕੰਮਲ ਕਰਨ ਦੀ ਤਬਦੀਲੀ ਕਰਕੇ ਇਸਤਲਾਹਾਂ ਖੁਦ ਬਣਾਈਆਂ ਨੇ। ਨਾਲੇ ਮੌਸੀਕੀ ਦਾ ਵੱਖਰਾ ਨਿਜ਼ਾਮ ਮੁਤੱਯਨ ਕੀਤਾ ਸੂ। नाले ड्रामाई अंदाज अपना के खूब तमसील निगारी संजीदा मजाज आम फहम जुबान सोती आहंग नाल मौसीकी पैदा की ते इन्ना खूबियां पारू कोई ओदा मुकाबला नहीं कर सकता। ठीक है। हीर वारिस शाह दे क्योंकि पंजाबी इंसाइक्लोपीडिया ते पंजाब विच जेड़ियां कोई गल्लां होंदियां ने जिवें कोई ताल्लुक हो गया कोई सकाफत है कोई इलाकाई जेह्ड़ी रगबतां होंदियां ने ओह् सारियां इन्हां ने असरी हालात दा जिक्र कीता है। हीर ने किवें अपनी मुहब्बत नूं पाण लई की कोशिशां कीती हो के ओह् कुड़ी लेकिन उन्हें बड़ी हिम्मत नाल ते मां प्यो अग्गे खड़ी हो गई समाज ते अड खड़ी हो गई इस करके उन्हां ने एह्दी पंजाब दी सकाफत नूं दस्सेआ। फिर इन्हां ने पंजाब दी जुबान इस्तेमाल कीती इश्तेहार इस्तेमाल कीते अखान इस्तेमाल कीते जेह्ड़े मुहावरे होंदे न फिर बहुत सारियां चीज़ां ने इस करके इनू पंजाबी इंसाइक्लोपीडिया भी कहा जाता है। अगला आंदा जी मौलवी गुलाम रसूल एहसन किसे दा एहसन शायर। इन्हां दे तबसरे दा मुड जेह्ड़ा ना ओह् किश्ता होरां दी गलती तू करके हयाती ते जाती पा के मौलवी साहब दे तफसीर इमाम गजाली ते जामी दे यूसुफ जुलेखा नू मुख रख के लिखन दी है। अच्छा शुरू वाली जेह्ड़ी लाइन मैं तुहानू दस रही ना एक लाइन सब दी याद रखो क्योंकि इन्हां ने दस्सेआ कि जी किवें इन्हां ने शुरुआत कीतियां ने जिवें बाबा फरीद दा शुरू कीता ते उन्होंने कहा जी इन्हां दे शुरूआत दी जेह्ड़ी बुनियाद है ना ओह् अखलाकी ते शरीयत मुहम्मदी नाल है ते फिर इन्हां ने जेह्ड़ी गल कीती है ओह् वहदतुल वजूद दा असर जेह्ड़ा उन्होंने इब्न अल अरबी तो लिया है। इसी तरह करके बहुत सारियां ते एह् जेह्ड़े कंपैरिजन दस्से ने जां किस दा तकाबुल उन्होंने किस नाल कीता जां शुरुआत उन्होंने तबसरा किवें शुरू कीता एह् जरूर गल याद रखनी तुहानू। ते इस तरह इन्हां ने ਜਦੋਂ यूसुफ जुलेखा ਨੂੰ ਮੁੱਖ ਰੱਖ ਕੇ ਲਿਖਣ ਦੀ ਖੂਬੀ ਵੀ ਦੱਸੀ ਹੈ ਤੇ ਉਹਨਾਂ ਨੇ ਵਾਕਿਆ ਵਧਾਇਆ ਘਟਾਇਆ ਨਹੀਂ ਹੈ। ਉਹਨਾਂ ਨੇ ਨੋਸ਼ਾ ਗੰਜ ਬਖਸ਼ ਵਾਂਗਰ ਵਹਦਤੁਲ ਵਜੂਦ ਦੀ ਇਬਤਦਾਈ ਮੰਜ਼ਿਲ ਵਹਦਤੁਲ ਸ਼ਹੂਦ ਨੂੰ ਵੀ ਕਰਾਰ ਦਿੱਤਾ ਹੈ। ਫਿਰ ਮੌਲਵੀ ਸਾਹਿਬ ਹਰ ਗੱਲ ਦੀ ਇਬਤਦਾ ਲੰਮੀ ਚੌੜੀ ਤਮਹੀਦ ਨਾਲ ਕਰਦੇ ਨੂੰ। ਠੀਕ ਹੈ। ਮੌਲਵੀ ਗੁਲਾਮ ਰਸੂਲ ਦਾ ਜ਼ਿਕਰ ਹੋ ਰਿਹਾ ਨਾ। ਨਬੀ ਦੇ ਹੀਰੋ ਹੋਣ ਪਾਰੋਂ ਕਿਸੇ ਵਿੱਚ ਆਮਿਆਨਾਪਨ ਨਹੀਂ ਉਹਨਾਂ ਨੇ ਉਮਤ ਲਈ ਮਰਹੂਮਾ ਵਰਤਿਆ। ਉਹਨਾਂ ਸ਼ੇਰਾਂ ਦੀ ਮਸਨਵੀ ਸਿਰਫ ਇੱਕ ਮਹੀਨੇ ਮੁਹਰਮ ਵਿੱਚ ਮੁਕੰਮਲ ਕਰਕੇ 12 ਮਾਹ ਨੂੰ ਵੀ ਅਪਣਾਇਆ ਤੇ ਗਨੀਮਤ ਤੇ ਸਦਾਕਤ ਕੰਜਾਹੀ ਵਾਂਗਰ ਬੇਨੁਕਤਾ ਸ਼ੇਰ ਵੀ ਵਰਤੇ ਨੇ। ਇਹਨਾਂ ਨਾਲ ਗੁਲਾਮ ਰਸੂਲ ਜਾਂ ਗੁਲਾਮ ਰਸੂਲਾ ਵੀ ਵਰਤ ਕੇ ਸ਼ੇਰਾਂ ਦੇ ਵਿੱਚ ਬੈਨੁਲ ਅਕਵਾਮੀ ਸੱਚਾਈ ਵੀ ਲਿਆਂਦੀ ਹੈ। ਤੇ ਮੁੱਕਦੀ ਗੱਲ ਇਹੋ ਹੀ ਹੈ ਅਦਬੀ ਸ਼ਾਹਕਾਰ ਪੰਜਾਬੀ ਦੇ ਵਸਨੀਕਾਂ ਦੇ ਦਿਲਾਂ ਵਿੱਚ ਉਦੋਂ ਤੱਕ ਅਕੀਦਤ ਤੇ ਇਹਤਰਾਮ ਨਾਲ ਜ਼ਿੰਦਾ ਰਹੇਗਾ ਜਦੋਂ ਤੱਕ ਪੰਜਾਬੀ ਜ਼ੁਬਾਨ ਜ਼ਿੰਦਾ ਹੈ। ਇਹਦੇ ਵਿੱਚ ਤੇ ਮੇਰੇ ਖਿਆਲ ਨਾਲ ਕੋਈ ਨਾ ਸਮਝਣ ਵਾਲੀ ਗੱਲ ਨਹੀਂ ਸੀ। ਅਗਲੇ ਪੁਆਇੰਟ ਤੇ ਆਉਂਦੇ ਹਾਂ ਜੀ ਮੀਆਂ ਮੁਹੰਮਦ ਬਖਸ਼ ਸਾਡਾ ਲਾਸਟ ਪੁਆਇੰਟ ਹੈ। ਇਹਨਾਂ ਦੇ ਬਾਰੇ ਕਿਹਾ ਜਾਂਦਾ ਜੀ ਬਾਤ ਮਜਾਜ਼ੀ ਰਮਜ਼ ਹਕਾਨੀ ਸੈਫੁਲ ਮਲੂਕ ਦੀ ਜਿਹੜੀ ਗੱਲ ਕੀਤੀ ਹੈ ਤਾਂ ਗੱਲ ਇਹ ਹੀ ਹੈ ਕਿ ਗੱਲ ਤੇ ਉਹਨਾਂ ਨੇ ਬਦੀਉਲ ਜਮਾਲ ਤੇ ਉਹ ਜਿਹੜਾ ਸੈਫੁਲ ਮਲੂਕ ਹੈ ਉਹਦੇ ਬਾਰੇ ਗੱਲ ਕੀਤੀ ਹੈ। ਕਹਿੰਦੇ ਜੀ ਇੱਕ ਮੁੰਡਾ ਤੇ ਕੁੜੀ ਬਾਰੇ ਗੱਲ ਹੋਈ ਹੈ ਪਰ ਰਮਜ਼ ਉਹਨਾਂ ਦੀ ਹਕਾਨੀ ਹੈ ਕਿ ਉਹ ਅੱਲਾ ਦੀ ਜਾਂ ਤਸਵੁਫ ਦੀ ਗੱਲ ਕਰ ਰਹੇ ਨੇ। ਅੱਛਾ ਡਾਕਟਰ ਸਾਹਿਬ ਦੱਸਦੇ ਨੇ ਜੀ ਉਹਨਾਂ ਨੇ 4 ਮੁਖਤਲਿਫ ਕਿਤਾਬਾਂ ਪੜ੍ਹ ਕੇ ਤੇ ਆਪਣੇ ਵੱਡੇ ਭਰਾ ਜਿਹੜੇ ਉਹਨਾਂ ਦੇ ਮੁਰਸ਼ਿਦ ਵੀ ਸਨ ਉਹਨਾਂ ਦੀ ਫਰਮਾਇਸ਼ ਤੇ ਇਹਨੂੰ ਨਜ਼ਮ ਕੀਤਾ। ਫਿਰ ਉਹਨਾਂ ਨੇ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਹਯਾਤੀ ਉੱਤੇ ਝਾਤ ਪਾ ਕੇ ਦੱਸਿਆ ਕਿ ਜੀ ਕਿੱਸਾ ਉਹਨਾਂ ਦੀ ਆਪਣੀ ਵਾਰਦਾਤ ਹੈ ਤੇ ਇਹਦਿਆਂ ਔਕੜਾਂ ਸਲੂਕ ਦੀ ਮੰਜ਼ਿਲਾਂ ਨੇ। ਜ਼ਾਹਿਦ ਸਾਹਿਬ ਦੱਸਦੇ ਨੇ ਮੀਆਂ ਮੁਹੰਮਦ ਬਖਸ਼ ਵਹਦਤੁਲ ਵਜੂਦ ਦੇ ਕਾਇਲ ਸਨ ਤੇ ਅਸਲਮ ਰਾਣਾ ਦਾ ਹਵਾਲਾ ਦੇ ਕੇ ਕਿਹਾ ਹੈ ਜੀ ਉਹਨਾਂ ਸੈਫੁਲ ਮਲੂਕ ਸ਼ਹਿਜ਼ਾਦੇ ਨੂੰ 1857 ਦੀ ਤਹਿਰੀਕ ਆਜ਼ਾਦੀ ਦਾ ਹੀਰੋ ਪੇਸ਼ ਕੀਤਾ। ਨਾਲੇ ਜਵਾਂ ਮਰਦੀ ਦੁਨੀਆ ਦੀ ਬੇਸਬਾਤੀ ਇਖਲਾਕੀ ਤਾਮੀਰ ਲਈ ਕੀਤੀਆਂ ਨੇ ਗੱਲਾਂ ਕੀਤੀਆਂ ਨੇ ਤੇ ਫਨੀ ਪੱਖੋਂ ਮਸਨਵੀ ਅਪਣਾ ਕੇ ਖੁਦ
ਨਵੀਆਂ ਇਸਤਲਾਹਾਂ ਜਿਵੇਂ ਕਿੱਕਰ ਤੇ ਅੰਗੂਰ ਚੜ੍ਹਾਉਣਾ ਵਗੈਰਾ ਬਣਾਈਆਂ ਨੇ। ਨਾਲੇ ਸ਼ੇਰਾਂ ਵਿੱਚ ਗ਼ਜ਼ਲ ਵਾਕਿਆਤ ਦਾ ਤਸਲਸਲ ਤੇ ਮੰਜ਼ਰ ਨਿਗਾਰੀ ਨੂੰ ਅੱਡ ਤਨਕੀਦ ਵੀ ਪੂਰੇ ਪੰਜਾਬ ਦੀ ਜ਼ੁਬਾਨ ਨੂੰ ਮੁੱਖ ਰੱਖ ਕੇ ਕੀਤੀ ਹੈ। ਸੱਚੀ ਗੱਲ ਹੈ ਕਿ ਮੀਆਂ ਸਾਹਿਬ ਦੀ ਸੈਫੁਲ ਮੁਲੂਕ ਫਿਕਰ ਤੇ ਫਨ ਦਾ ਸ਼ਾਹਕਾਰ ਹੈ, ਜਿਹੜਾ ਆਪਣੀ ਮਿਸਾਲ ਆਪ ਹੈ। ਇਹਦੇ ਨਾਲ ਹੀ ਸਾਡਾ ਜਿਹੜਾ ਕਲਾਸਿਕੀ ਸ਼ਾਇਰੀ ਦਾ ਪਾਰਟ ਸੀ, ਪੰਜਾਬੀ ਕਲਾਸਿਕੀ ਸ਼ਾਇਰੀ ਦਾ, ਉਹ ਮੁੱਕ ਜਾਂਦਾ ਹੈ। ਠੀਕ ਹੈ, ਤੇ ਮੇਰੇ ਨਹੀਂ ਖਿਆਲ ਨਾਲ ਕਿ ਕੋਈ ਇਹਦੇ ਵਿੱਚ ਕੋਈ ਮੁਸ਼ਕਿਲ ਹੋਏਗੀ, ਕੋਈ ਪਰੇਸ਼ਾਨੀ ਹੋਏਗੀ, ਕਿਉਂਕਿ ਇਹ ਸਾਰੀਆਂ ਉਹੀ ਗੱਲਾਂ ਨੇ। ਇੱਕ ਦੋ ਸ਼ਾਇਰਾਂ ਨੂੰ ਕੱਢ ਕੇ ਬਾਕੀ ਸਾਰੇ ਉਹੀ ਸ਼ਾਇਰ ਨੇ ਜਿਹੜੇ ਸਾਨੂੰ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਠੀਕ ਹੈ, ਤੇ ਫਿਰ ਵੀ ਤੁਹਾਨੂੰ ਕੋਈ ਸਵਾਲ ਹੋਏ, ਕੋਈ ਪਰੇਸ਼ਾਨੀ ਹੋਏ ਤਾਂ ਮੈਨੂੰ ਪੁੱਛਿਓ ਜ਼ਰੂਰ।